ਗਿਆਨ ਰਤਨ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦਾ ਪਾਵਨ ਫਰਮਾਨ ਹੈ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਬਰੇ ਜਿਨ ਸੱਚ ਨਾਮ ਚਿਤ ਲਾਇਆ। ਮਾਇਆ ਭਾਵ ਕਿ ਉਹ ਹਰ ਇੱਕ ਚੀਜ਼, ਚਾਹੇ ਉਹ ਪੈਸਾ ਹੋਵੇ, ਚਾਹੇ ਉਹ ਕੋਠੀਆਂ ਕਾਰਾਂ ਹੋਣ, ਚਾਹੇ ਧੀਆਂ ਪੁੱਤ ਹੋਣ, ਚਾਹੇ ਜ਼ਮੀਨ ਜਾਇਦਾਦ ਹੋਵੇ, ਜਦ ਆਤਮਾ ਤੇ ਪ੍ਰਮਾਤਮਾ ਦੇ ਵਿਚਕਾਰ ਇਹ ਆਉਣ ਲੱਗ ਪੈਣ ਤਾਂ ਇਹਨਾਂ ਨੂੰ ਮਾਇਆ ਕਿਹਾ ਜਾਂਦਾ ਹੈ। ਦੌਲਤ ਉਸ ਵਕਤ ਮਾਇਆ ਬਣਦੀ ਹੈ ਜਿਸ ਵਕਤ ਇਹ ਸਾਡੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿਚਕਾਰ ਰੋੜਾ ਬਣ ਕੇ ਖੜੀ ਹੋ ਜਾਵੇ। ਜੇਕਰ ਦੌਲਤ ਗੁਜ਼ਾਰੇ ਜੋਗੀ ਹੈ ਤਾਂ ਫਿਰ ਉਹ ਮਾਇਆ ਨਹੀਂ, ਉਹ ਅਕਾਲ ਪੁਰਖ ਵਾਹਿਗੁਰੂ ਨੇ ਇਸ ਲੋਕਾਈ ਦੇ ਵਾਸਤੇ ਮਾਇਆ ਨੂੰ ਵੀ ਆਪ ਬਣਾਇਆ ਹੈ। ਪਰ ਕਈ ਜੋ ਮਨੁੱਖ ਨੇ ਇਸ ਮਾਇਆ ਦੇ ਪਿੱਛੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਇੰਨਾ ਮੁਨਕਰ ਹੋ ਜਾਂਦੇ ਨੇ ਕਿ ਉਹਨਾਂ ਦੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਭਟਕਦਿਆਂ ਲੰਘ ਜਾਂਦੀ ਹੈ। ਤੋ ਜਿਵੇਂ ਹਰ ਵਾਰ ਆਪ ਜੀ ਦੇ ਲਈ ਅਸੀਂ ਕੋਈ ਨਾ ਕੋਈ ਸਾਖੀ ਜਾਂ ਦ੍ਰਿਸ਼ਟਾਂਤ ਲੈ ਕੇ ਆਉਂਦੇ ਹਾਂ, ਉਸੇ ਲੜੀ ਦੇ ਵਿੱਚ ਅੱਜ ਅਸੀਂ ਸਰਵਣ ਕਰਾਂਗੇ ਸਾਖੀ ਕਾਰੂ ਬਾਦਸ਼ਾਹ ਦੀ। ਕਾਰੂ ਬਾਦਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਇੱਕ ਕਰੂਰ ਜਾਂ ਆਖ ਲਓ ਇੱਕ ਲਾਲਚੀ ਲੋਭੀ ਬਾਦਸ਼ਾਹ ਹੋਇਆ। ਉਹਨੇ ਹੁਕਮ ਕਰ ਦਿੱਤਾ ਕਿ ਮੇਰੇ ਰਾਜ ਦੇ ਵਿੱਚ ਕਿਸੇ ਦੇ ਘਰ ਵਿੱਚ ਇੱਕ ਵੀ ਮੋਹਰ ਨਹੀਂ ਰਹਿਣੀ ਚਾਹੀਦੀ। ਤੋ ਹੁਣ ਜਦ ਉਹਨੇ ਹੁਕਮ ਕਰ ਦਿੱਤਾ ਤੋ ਸਾਰਿਆਂ ਦੇ ਘਰ ਦੇ ਵਿੱਚ ਜਿਹੜੇ ਸਿਪਾਹੀ ਉਹਦੇ ਗਏ, ਹਰ ਇੱਕ ਦੇ ਘਰ ਦੇ ਵਿੱਚੋਂ ਕੱਲੀ ਕੱਲੀ ਇੱਕ ਵੀ ਮੋਹਰ ਨਾ ਰਹਿਣ ਦਿੱਤੀ, ਭਾਵ ਕਿ ਇੱਕ ਵੀ ਪੈਸਾ ਜੋ ਸੀ ਨਾ ਛੱਡਿਆ ਗਿਆ, ਸਾਰੇ ਇਕੱਠਾ ਕਰ ਲਿਆ। ਤੋ ਮਨ ਦੇ ਵਿੱਚ ਉਹਦੇ ਖਿਆਲ ਆਇਆ ਕਿ ਕੀ ਪਤਾ ਕਿਸੇ ਨੇ ਕੋਈ ਧੋਖਾ ਹੀ ਨਾ ਕੀਤਾ ਹੋਵੇ, ਕੀ ਪਤਾ ਅਜੇ ਵੀ ਕੋਈ ਕਿਸੇ ਕੋਲ ਮਾਇਆ ਰਹਿ ਗਈ ਹੋਵੇ। ਤੋ ਉਹਨੇ ਇੱਕ ਤਰਕੀਬ ਸੋਚੀ ਹੈ। ਕਿਹੜੀ ਤਰਕੀਬ ਹੈ? ਉਸ ਦੀ ਇੱਕ ਪੁੱਤਰੀ ਸੀ ਰਾਜਕੁਮਾਰੀ, ਉਹਨੇ ਬਾਜ਼ਾਰ ਦੇ ਵਿੱਚ ਖੜੀ ਕਰ ਦਿੱਤਾ। ਤੋ ਕਹਿ ਦਿੱਤਾ, ਮੈਂ ਆਪਣੀ ਪੁੱਤਰੀ ਵੇਚਣੀ ਚਾਹੁੰਦਾ, ਜਾਂ ਕਹਿ ਲਓ ਉਸ ਮਨੁੱਖ ਦੇ ਨਾਲ ਮੈਂ ਉਹਦਾ ਵਿਆਹ ਕਰ ਦਾਂਗਾ ਜਿਹੜਾ ਇੱਕ ਮੋਹਰ ਲਿਆ ਕੇ ਮੈਨੂੰ ਭੇਟ ਕਰੇਗਾ। ਹੁਣ ਬੜੇ ਲੋਕ ਆਸੇ-ਪਾਸੇ ਖੜੇ ਸੀ। ਉਹਨਾਂ ਲੋਕਾਂ ਦੇ ਵਿੱਚ ਇੱਕ ਨੌਜਵਾਨ ਖੜਾ ਜਿਹੜਾ ਬੜਾ ਸੁੰਦਰ ਹੈ। ਉਹਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਰਾਜਕੁਮਾਰੀ ਦੇ ਨਾਲ ਵਿਆਹ ਕਰਾਵਾਂਗਾ। ਘਰ ਗਿਆ ਮਾਤਾ ਦੇ ਕੋਲ, ਕਹਿਣ ਲੱਗਿਆ, ਮਾਤਾ ਮੈਨੂੰ ਇੱਕ ਮੋਹਰ ਦੇ, ਮੈਂ ਉਸ ਬਾਦਸ਼ਾਹ ਦੀ ਪੁੱਤਰੀ ਦੇ ਨਾਲ ਵਿਆਹ ਕਰਵਾਉਣਾ, ਉਹਨੂੰ ਆਪਣੇ ਘਰ ਵਿੱਚ ਲੈ ਕੇ ਆਉਣਾ। ਤੋ ਮਾਤਾ ਕਹਿਣ ਲੱਗੀ, ਪੁੱਤਰਾ ਉਸ ਰਾਜਕੁਮਾਰੀ ਦੇ ਪਿਤਾ ਨੇ, ਭਾਵ ਕਿ ਬਾਦਸ਼ਾਹ ਨੇ, ਤਾਂ ਕਿਸੇ ਦੇ ਘਰ ਦੇ ਵਿੱਚ ਇੱਕ ਮੋਹਰ ਵੀ ਨਹੀਂ ਛੱਡੀ। ਤੋ ਮੋਹਰਾਂ ਕਿੱਥੇ ਹੋਣਗੀਆਂ? ਉਹਨੇ ਆਖਿਆ, ਜੋ ਮਰਜ਼ੀ ਹੋ ਜਾਵੇ ਮਾਤਾ, ਮੈਨੂੰ ਤਾਂ ਮੋਹਰ ਚਾਹੀਦੀ ਹੈ, ਨਹੀਂ ਮੈਂ ਮਰ ਜਾਣਾ। ਤੋ ਮਾਤਾ ਚਿੰਤਾ ਦੇ ਵਿੱਚ ਪੈ ਗਈ ਕਿ ਪਹਿਲਾਂ ਇਹਦਾ ਅੱਬਾ ਵੀ ਚੜ੍ਹਾਈ ਕਰ ਗਿਆ, ਭਾਵ ਕਿ ਪਿਤਾ ਚੜ੍ਹਾਈ ਕਰ ਗਿਆ, ਜੇਕਰ ਇਹ ਵੀ ਚਲਿਆ ਗਿਆ ਤਾਂ ਮੇਰਾ ਪਿੱਛੇ ਸਹਾਰਾ ਕੌਣ ਰਹੇਗਾ। ਤੋ ਕਹਿਣ ਲੱਗੀ, ਪੁੱਤਰਾ ਚੱਲ ਫਿਰ ਠੀਕ ਹੈ, ਜਦ ਤੇਰਾ ਅੱਬਾ ਇਸ ਜਹਾਨ ਤੋਂ ਗਿਆ ਸੀ ਨਾ, ਉਹਦੀ ਕਬਰ ਦੇ ਵਿੱਚ, ਇਹ ਇਸਲਾਮ ਦੇ ਵਿੱਚ ਇੱਕ ਇਹ ਕਹਿ ਲਓ ਵੀ ਰੀਤ ਹੈ, ਜਦ ਮੁਰਦੇ ਨੂੰ ਦਫਨਾਇਆ ਜਾਂਦਾ ਤਾਂ ਉਹਦੇ ਮੂੰਹ ਦੇ ਵਿੱਚ ਇੱਕ ਮੋਹਰ ਪਾਈ ਜਾਂਦੀ ਹੈ। ਤੋ ਕਹਿਣ ਲੱਗੀ, ਜਦ ਤੇਰਾ ਪਿਤਾ ਚੜ੍ਹਾਈ ਕੀਤਾ ਸੀ ਉਹਦੇ ਮੂੰਹ ਦੇ ਵਿੱਚ ਇੱਕ ਮੋਹਰ ਪਾਈ ਗਈ ਸੀ, ਤੇ ਜੇਕਰ ਤੂੰ ਹੁਣ ਜਿੱਦ ਕਰਦਾ ਹੈ ਤੋ ਠੀਕ ਹੈ, ਆਪਣੇ ਪਿਤਾ ਦੀ ਕਬਰ ਖੋਦ ਲੈ, ਉਹਦੇ ਮੂੰਹ ਦੇ ਵਿੱਚੋਂ ਮੋਹਰ ਲੈ ਲੈ। ਹੁਣ ਉਹਨੇ ਉਸੇ ਤਰ੍ਹਾਂ ਹੀ ਕੀਤਾ। ਗਿਆ
ਕਬਰਿਸਤਾਨ ਦੇ ਵਿੱਚ, ਤੇ ਕਬਰਿਸਤਾਨ ਦੇ ਵਿੱਚ ਜਾ ਕੇ ਉਹਨੇ ਆਪਣੇ ਅੱਬਾ ਜਾਨ ਦੀ, ਭਾਵ ਕਿ ਆਪਣੇ ਪਿਤਾ ਦੀ ਕਬਰ ਨੂੰ ਖੋਦਿਆ। ਤੋਂ ਵਿੱਚੋਂ ਆਪਣੇ ਅੱਬਾ ਦੀ ਉਹ ਕਹਿ ਲਓ ਮੂੰਹ ਨੂੰ ਖੋਲ ਕੇ ਉਹਦੇ ਵਿੱਚੋਂ ਮੋਹਰ ਕੱਢ ਲਈ, ਤੇ ਮੋਹਰ ਕੱਢ ਕੇ ਲਿਆ ਕੇ ਬਾਦਸ਼ਾਹ ਨੂੰ ਦੇ ਦਿੱਤੀ। ਕਹਿਣ ਲੱਗਿਆ ਮੈਨੂੰ ਹੁਣ ਤੁਹਾਡੀ ਪੁੱਤਰੀ ਚਾਹੀਦੀ ਹੈ। ਤੋ ਬਾਦਸ਼ਾਹ ਕਹਿਣ ਲੱਗਾ ਗ੍ਰਿਫਤਾਰ ਕਰ ਲਓ ਇਸ ਨੂੰ। ਮੈਂ ਤਾਂ ਸੋਚਿਆ ਸੀ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ 'ਚ ਕਿ ਸਾਰਿਆਂ ਦੇ ਘਰ ਵਿੱਚ ਮੋਹਰਾਂ ਚਲੀਆਂ ਗਈਆਂ, ਮੈਂ ਕਿਸੇ ਦੇ ਘਰ ਵਿੱਚ ਕੋਈ ਰਹਿਣ ਹੀ ਨਹੀਂ ਦਿੱਤੀ, ਇਹ ਹੁਣ ਮੋਹਰ ਕਿੱਥੋਂ ਲੈ ਕੇ ਆਇਆ? ਉਹਨੇ ਦੱਸਿਆ ਕਿ ਮੈਂ ਆਪਣੇ ਅੱਬਾ ਜਾਨ ਦੀ ਕਬਰ ਦੇ ਵਿੱਚੋਂ, ਉਹਨਾਂ ਦੇ ਮੂੰਹ ਵਿੱਚੋਂ ਕੱਢ ਕੇ ਲੈ ਕੇ ਆਇਆ। ਤੋ ਕਾਰੂੰ ਬਾਦਸ਼ਾਹ ਬੜਾ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਇਸ ਚੀਜ਼ ਵੱਲ ਤਾਂ ਮੈਂ ਧਿਆਨ ਹੀ ਨਹੀਂ ਸੀ ਦਿੱਤਾ। ਹੁਣ ਹੁਕਮ ਹੋਇਆ ਜਿੰਨੀਆਂ ਕਬਰਾਂ ਨੇ ਸਾਰੀਆਂ ਖੋਦ ਲਈਆਂ ਜਾਣ, ਤੇ ਹਰ ਇੱਕ ਮੁਰਦੇ ਦੇ ਮੂੰਹ ਦੇ ਵਿੱਚੋਂ ਜਿਹੜਾ ਸਿੱਕਾ ਹੈ ਜਾਂ ਜਿਹੜੀ ਮੋਹਰ ਹੈ ਨਾ ਉਹ ਵੀ ਕੱਢ ਲਈ ਜਾਵੇ। ਸਾਰੀਆਂ ਕਬਰਾਂ ਖੋਦ ਦਿੱਤੀਆਂ ਗਈਆਂ, ਸਭ ਕੁਝ ਇਕੱਠਾ ਕਰ ਲਿਆ। ਹੁਣ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਂਦੇ ਨੇ, ਤੋ ਪਾਤਸ਼ਾਹ ਮਹਾਰਾਜ ਜੀ ਉਹਦੇ ਮਹਿਲ ਦੇ ਸਾਹਮਣੇ ਖੜੇ ਹੋ ਜਾਂਦੇ ਨੇ। ਤੋ ਕਹਿਣ ਲੱਗੇ, ਜਿਹੜੇ ਬਾਹਰ ਦਰਬਾਰੀ ਖੜੇ ਸੀ ਉਹ ਪੁੱਛਦੇ ਨੇ ਕਿ ਤੁਸੀਂ ਕੌਣ ਹੋ? ਤੋ ਬਾਬੇ ਨੇ ਦੱਸਿਆ ਮੈਂ ਤਾਂ ਇੱਕ ਵੈਸੇ ਇੱਕ ਆਮ ਫਕੀਰ ਹਾਂ, ਤੇ ਮੈਂ ਤੁਹਾਡੇ ਬਾਦਸ਼ਾਹ ਨੂੰ ਮਿਲਣਾ ਚਾਹੁੰਦਾ। ਤੋ ਦਰਬਾਰੀ ਕਹਿਣ ਲੱਗੇ ਠੀਕ ਹੈ ਜੀ, ਅਸੀਂ ਬੁਲਾ ਕੇ ਲਿਆਉਂਦੇ ਹਾਂ। ਹੁਣ ਜਿਹੜੇ ਦਰਬਾਰੀ ਨੇ ਉਹ ਬਾਦਸ਼ਾਹ ਨੂੰ ਬੁਲਾਉਣ ਚਲੇ ਗਏ। ਗੁਰੂ ਨਾਨਕ ਮਹਾਰਾਜ ਉਹਦੇ ਮਹਿਲ ਦੇ ਬਾਹਰ ਹੀ ਬੈਠ ਜਾਂਦੇ ਨੇ ਤੇ ਹੇਠਾਂ ਬੱਟੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਕਾਰੂੰ ਬਾਦਸ਼ਾਹ ਆਉਂਦਾ ਹੈ। ਬਾਦਸ਼ਾਹ ਫਕੀਰ ਨੂੰ ਦੇਖ ਕੇ, ਭਾਵ ਕਿ ਗੁਰੂ ਨਾਨਕ ਮਹਾਰਾਜ ਜੀ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ, ਤੋ ਦੋਵੇਂ ਹੱਥ ਜੋੜਦਾ। ਕਹਿਣ ਲੱਗਿਆ ਫਕੀਰ ਜੀ ਤੁਸੀਂ ਕੀ ਕਰੀ ਜਾ ਰਹੇ ਹੋ? ਬਾਦਸ਼ਾਹ ਕਹਿਣ ਲੱਗੇ ਭਾਈ ਮੈਂ ਬੱਟੀਆਂ ਇਕੱਠੀਆਂ ਕਰ ਰਿਹਾ। ਕਹਿਣ ਲੱਗਿਆ ਬੱਟੀਆਂ ਕਿਉਂ ਇਕੱਠੀਆਂ ਕਰਦੇ ਹੋ? ਬਾਦਸ਼ਾਹ ਕਹਿਣ ਲੱਗੇ ਵੀ ਮੈਨੂੰ ਕਿਸੇ ਨੇ ਦੱਸਿਆ ਕਿ ਜਦ ਮੈਂ ਨਾ ਇਸ ਸੰਸਾਰ ਤੋਂ ਜਾਵਾਂਗਾ, ਇਸ ਸੰਸਾਰ ਤੋਂ ਚੜ੍ਹਾਈ ਕਰਾਂਗਾ, ਤਾਂ ਜਿਹੜੀਆਂ ਬੱਟੀਆਂ ਨੇ ਮੈਂ ਆਪਣੀ ਜੇਬ ਵਿੱਚ ਪਾ ਲੈਣੀਆਂ ਨੇ, ਇਹ ਬੱਟੀਆਂ ਮੈਂ ਦਰਗਾਹ ਨੂੰ ਲੈ ਕੇ ਜਾਵਾਂਗਾ। ਉਹ ਬੜਾ ਹੱਸਿਆ, ਬੜਾ ਖੜਖੜਾ ਕੇ ਕਹਿਣ ਲੱਗਿਆ ਫਕੀਰ ਜੀ ਉੱਥੇ ਤਾਂ ਇਸ ਸਰੀਰ ਨੇ ਵੀ ਨਹੀਂ ਜਾਣਾ ਨਾਲ, ਤਾਂ ਬੱਟੀਆਂ ਕਿਵੇਂ ਜਾਣਗੀਆਂ? ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਦ ਮੇਰੇ ਨਾਲ ਇੱਕ ਮੁੱਠ ਬੱਟੀਆਂ ਦੀ ਵੀ ਨਹੀਂ ਜਾਣੀ, ਜਿਹੜੀਆਂ ਤੂੰ ਕਬਰਾਂ ਖੋਦ ਕੇ ਵਿੱਚੋਂ ਜਿਹੜੀਆਂ ਮੋਹਰਾਂ ਕੱਢ ਲਈਆਂ ਨੇ, ਕੀ ਉਹ ਤੇਰੇ ਨਾਲ ਜਾਣਗੀਆਂ? ਕਾਰੂੰ ਬਾਦਸ਼ਾਹ ਦੇ ਮਨ ਦੇ ਉੱਤੇ ਗੁਰੂ ਨਾਨਕ ਮਹਾਰਾਜ ਜੀ ਦੇ ਬੋਲ ਐਸੇ ਲੱਗੇ ਕਿ ਸੱਚਮੁੱਚ ਅੰਦਰ ਤੱਕ ਵਿੰਨ ਕੇ ਰੱਖ ਗਏ। ਤੋ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਢਹਿ ਪਿਆ, ਕਹਿਣ ਲੱਗਿਆ ਮੈਨੂੰ ਮਾਫ਼ ਕਰ ਦਿਓ, ਮੈਂ ਅੱਗੇ ਤੋਂ ਇਹੋ ਜਿਹਾ ਕੰਮ ਕਿਤੇ ਵੀ ਨਹੀਂ ਕਰਾਂਗਾ। ਤੋ ਬਾਬੇ ਨੇ ਆਖਿਆ ਜਿੰਨੀਆਂ ਮੋਹਰਾਂ ਇਕੱਠੀਆਂ ਕੀਤੀਆਂ ਨੇ ਸਾਰੀਆਂ ਪਰਜਾ ਦੇ ਵਿੱਚ ਵੰਡ ਦੇ। ਤੋ ਦੋਵੇਂ ਹੱਥ ਜੋੜ ਕੇ 7 ਬਚਨ ਆਖੇ। ਤੋ ਸਾਧ ਸੰਗਤ ਇਸ ਤਰ੍ਹਾਂ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਕਾਰੂੰ ਬਾਦਸ਼ਾਹ ਨੂੰ ਵੀ ਸਿੱਧੇ ਰਸਤੇ ਪਾ ਦਿੱਤਾ ਜੀ। ਤੋ ਸਾਨੂੰ ਇਹ ਉਪਦੇਸ਼ ਮਿਲਦਾ ਹੈ ਸਾਖੀ ਤੋਂ ਕਿ ਇਸ ਫਾਨੀ ਸੰਸਾਰ ਨੂੰ ਇੱਕ ਦਿਨ ਸਭ ਨੂੰ ਛੱਡ ਕੇ ਚਲੇ ਜਾਣਾ। ਤੋ ਮਾਇਆ ਦੇ ਪਾਸੋਂ ਧਿਆਨ ਹਟਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰੱਤੇ ਰਹੀਏ, ਤਾਂ ਹੀ ਇੱਥੇ ਆਇਆਂ ਹੋਇਆਂ ਦਾ ਜੋ ਕਹਿ ਲਓ ਜੀਵਨ ਸਫਲ ਹੋ ਸਕਦਾ ਹੈ ਜੀ। ਹੋਈਆਂ ਭੁੱਲ ਚੁੱਕ ਦੀ ਖਿਮਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਇਹੋ ਜਿਹੀਆਂ ਸਾਖੀਆਂ ਤੁਸੀਂ ਸੁਣਨਾ ਚਾਹੁੰਦੇ ਹੋ। ਗੁਰੂ ਮਹਾਰਾਜ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।